कष्ट है बहुत भई किसानां नाल दुश्मनी सेड़ के प्रधानमंत्री दमगजे किद्दां मारदे है भी नरेंद्र मोदी प्रधानमंत्री भाजपा दे नहीं वो देश दे प्रधानमंत्री ने वो लोकां दे चुने हुए नुमाइंदे ने। संविधान च लोकां दे चुने हुए नुमाइंदियां दी मुੱਢਲੀ ड्यूटी है भी वो लोकां दी लोड़ां अनुसार सरकार नूं चलाउण। आम तौर ते पार्लीमेंट 'च हुंदा है ਜਦੋਂ ਚਰਚਾ ਹੁੰਦੀ ਹੈ ਰੌਲਾ ਪਾਉਂਦੇ ਨੇ ਹੌਲੀ ਹੌਲੀ ਫਿਰ ਵਾਕਆਊਟ ਕਰ ਜਾਂਦੇ ਨੇ। ਵਾਕਆਊਟ ਕਰਕੇ ਰਾਜ ਵਾਲੀ ਸਰਕਾਰ ਨੂੰ ਮੌਕਾ ਦੇ ਦਿੰਦੇ ਨੇ ਵੀ ਉਹ ਬਾਅਦ ਵਿੱਚ ਜੋ ਮਰਜ਼ੀ ਤੁਹਾਡਾ ਜੀ ਕਰਦਾ ਪਾਸ ਕਰ ਲਓ, ਅਸੀਂ ਸਾਰੇ ਬਾਹਰ ਚੱਲੇ ਹਾਂ। ਅਸੀਂ 17 ਤਰੀਕ ਨੂੰ ਜਿੰਨੇ ਆਪੋਜੀਸ਼ਨ ਦੇ ਐਮਪੀਸ ਨੇ ਚਾਹੇ ਰਾਜ ਸਭਾ 'ਚ ਨੇ ਚਾਹੇ ਲੋਕ ਸਭਾ 'ਚ ਨੇ ਉਹਨਾਂ ਨੂੰ ਕਿਸਾਨਾਂ ਵੱਲੋਂ ਮਜ਼ਦੂਰਾਂ ਵੱਲੋਂ ਇੱਕ ਚੇਤਾਵਨੀ ਪੱਤਰ ਦੇਣ ਜਾ ਰਹੇ ਹਾਂ। ਜੇ ਰਫੇਲ ਦੇ ਮੁੱਦੇ 'ਚ ਕਿਸਾਨਾਂ ਦੀ ਮੰਗਾਂ ਦਬਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਜਾਂ ਕੋਈ ਪਾਰਟੀ ਇਹ ਮੁੱਦੇ ਕਿਸਾਨਾਂ ਦੇ ਉਠਾਉਣ ਵਿੱਚ ਢਿੱਲ ਵਰਤੇਗੀ ਤਾਂ ਅੱਜ ਤਾਂ ਅਸੀਂ ਭਾਜਪਾ ਦੇ ਲੀਡਰਾਂ ਦਾ ਭਾਜਪਾ ਦੇ ਐਮਪੀਆਂ ਦਾ ਹੀ ਵਿਰੋਧ ਕਰ ਰਹੇ ਹਾਂ ਤਾਂ ਫਿਰ ਉਹਨਾਂ ਦਾ ਵੀ ਅਸੀਂ ਉਸੇ ਤਰ੍ਹਾਂ ਵਿਰੋਧ ਕਰਾਂਗੇ ਜਿਵੇਂ ਭਾਜਪਾ ਵਾਲਿਆਂ ਦਾ ਕਰਦੇ ਹਾਂ। 10 ਤੋਂ 12 ਵਜੇ ਤੱਕ ਸਾਰੇ ਦੇਸ਼ ਵਿੱਚ ਅਸੀਂ ਆਪੋ ਆਪਣੇ ਵਹੀਕਲ ਲਿਆ ਕੇ ਸੜਕ ਤੇ ਖੜੇ ਕਰਾਂਗੇ। गैस सिलेंडर्स खाली लैके साड़ियाँ भैणां वो सड़क ते आउणगियां। असी 2 घंटे विरोध करांगे। 2 घंटे के विरोध तो बाद क्योंकि 8 तरीक नूं करना है जिहड़ा फार्मूला मोदी नहीं दिता तो असी 8 मिनट लई हाਰਨ भी बजावांगे। एक मुठता दिखाउणी पेगी एवें चीकां मारना महंगाई होगी सिर्फ किसानां दे सिर ला के गल नहीं छड्डनी चाहिदी। ਉਹਦਾ ਪਿੰਡ ਧਨੌਲਾ ਹੈ। ਧਨੌਲੇ ਪਿੰਡ ਨੇ ਆਮ ਇਜਲਾਸ ਬੁਲਾ ਕੇ ਫੈਸਲਾ ਕੀਤਾ ਵੀ ਹਰਜੀਤ ਸਿੰਘ ਗਰੇਵਾਲ ਰੋਜ਼ ਕਿਸਾਨਾਂ ਦੇ ਵਿਰੁੱਧ ਬੋਲਦਾ ਹੈ, ਇਸ ਕਰਕੇ ਇਹਦੀ ਜ਼ਮੀਨ ਕੋਈ ਠੇਕੇ ਤੇ ਨਹੀਂ ਲਏਗਾ। ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਥੋੜੇ ਜਿਹੇ ਸੱਦੇ ਤੇ ਤੁਸੀਂ ਸਾਰੇ ਆਏ ਹੋ ਔਰ ਤੁਹਾਡਾ ਇਸ ਗੱਲੋਂ ਵੀ ਅਸੀਂ ਧੰਨਵਾਦੀ ਹਾਂ ਭਈ ਤੁਸੀਂ ਜਿਹੜਾ ਕਿਸਾਨ ਮੋਰਚਾ ਹੈ ਸਹੀ ਅਰਥਾਂ ਵਿੱਚ ਤੁਸੀਂ ਸਾਡੀ ਆਵਾਜ਼ ਹੋ। ਜਿਸ ਤਰ੍ਹਾਂ ਸਰਕਾਰ ਨੇ ਇਲੈਕਟ੍ਰੋਨਿਕ ਮੀਡੀਆ ਨੂੰ ਇੱਕ ਤਰ੍ਹਾਂ ਨਾਲ ਬੰਨ੍ਹ ਕੇ ਰੱਖਿਆ ਹੋਇਆ ਤੇ ਜੇ ਤੁਸੀਂ ਲੋਕ ਨਾ ਇਸ ਮੋਰਚੇ ਨੂੰ ਸਪੋਰਟ ਕਰਦੇ ਤਾਂ ਹੋਰ ਕੁਝ ਕਿਆਸ ਕਰਨਾ ਸ਼ੁਰੂ ਕਰ ਦੇਣਾ ਸੀ ਲੋਕਾਂ ਨੇ। ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਧੰਨਵਾਦ। ਤੁਸੀਂ ਹਮੇਸ਼ਾ ਸਾਡੇ ਇਸ ਅੰਦੋਲਨ ਨੂੰ ਸਾਥ ਦਿੱਤਾ। ਅਸਲ ਵਿੱਚ ਇਹ ਅੰਦੋਲਨ ਤੁਹਾਡਾ ਸਾਰਿਆਂ ਦਾ ਅੰਦੋਲਨ ਹੈ, ਕੋਈ ਸਿਰਫ ਕਿਸਾਨਾਂ ਦਾ ਅੰਦੋਲਨ ਨਹੀਂ, ਇਹ ਹਰ ਸ਼ਹਿਰੀ ਦਾ ਅੰਦੋਲਨ ਹੈ। ਮੈਂ ਹੁਣ ਅੱਜ ਦੀ ਆਪਣੀ ਗੱਲ ਤੁਹਾਡੇ ਨਾਲ ਸ਼ੇਅਰ ਕਰਨੀ ਚਾਹਾਂਗਾ। ਤੁਸੀਂ ਰੋਜ਼ ਦੇਖਦੇ ਹੋ ਪ੍ਰਧਾਨ ਮੰਤਰੀ ਹਰ ਰੋਜ਼ ਕੋਵਿਡ ਤੋਂ ਪ੍ਰਭਾਵਿਤ ਸਮਾਜ ਨੂੰ ਕੰਟਰੋਲ ਕਰਨ ਲਈ ਨਵੀਆਂ ਸਕੀਮਾਂ ਦਾ ਐਲਾਨ ਕਰਦੇ ਆ। ਰੀਸੈਂਟਲੀ ਉਹਨਾਂ ਨੇ ਕਿਹਾ ਵੀ ਨਵੰਬਰ ਤੱਕ ਅਸੀਂ ਜਿਹੜਾ ਮੁਫਤ ਅਨਾਜ ਹੈ ਉਹ ਵੰਡਦੇ ਰਹਾਂਗੇ। 80 ਲੱਖ ਟਨ ਅਨਾਜ ਹਰ ਮਹੀਨੇ ਕੇ ਕਿੰਨਾ ਉਹਨਾਂ ਨੇ ਵੰਡਣ ਦਾ ਵਾਅਦਾ ਕੀਤਾ ਹੈ। ਉਹਨਾਂ ਦੇ ਇਸ ਐਲਾਨ ਤੋਂ ਬਾਅਦ ਸਾਨੂੰ ਇਹ ਮਹਿਸੂਸ ਹੋਣ ਲੱਗਾ ਹੈ ਵੀ ਅਸੀਂ 7.5 ਮਹੀਨੇ ਤੋਂ ਦਿੱਲੀ ਦੇ ਬਾਰਡਰ ਤੇ ਬੈਠੇ ਹਾਂ। ਠੰਡ ਵੀ ਆਪਣੇ ਪਿੰਡੇ ਤੇ ਹੰਢਾਈ, ਪੂਰੀ ਭਖਦੀ ਗਰਮੀ ਉਹ ਵੀ ਹੰਢਾ ਰਹੇ ਹਾਂ। ਅਸੀਂ ਝੱਖੜ ਵੀ ਝੱਲੇ, ਅਸੀਂ ਜਿਹੜਾ ਸੀ ਬਰਸਾਤਾਂ 'ਚ ਵੀ ਸਾਰਾ ਉੱਥੇ ਅਸੀਂ ਫੇਸ ਕਰ ਰਹੇ ਹਾਂ ਔਰ ਡਿਟਰਮਿਨਡ ਹਾਂ ਕਿ ਜਦੋਂ ਤੱਕ ਸਰਕਾਰ ਮੰਗਾਂ ਨਹੀਂ ਮੰਨਦੀ ਜਿੰਨੀ ਦੇਰ ਉਹਦਾ ਜੀ ਕਰਦਾ ਸਾਨੂੰ ਬਿਠਾਈ ਰੱਖੇ ਅਸੀਂ ਉਦੋਂ ਤੱਕ ਅੰਦੋਲਨ ਜਾਰੀ ਰੱਖਾਂਗੇ। ਪਰ ਇੱਕ ਗੱਲ ਇਹ ਮਹਿਸੂਸ ਹੋਣ ਲੱਗੀ ਹੈ ਅਸੀਂ ਕੋਈ ਪੋਲੀਟੀਕਲ ਪਾਰਟੀ ਨਹੀਂ, ਨਾ ਇਹ ਇਸ਼ੂ ਪੋਲੀਟੀਕਲੀ ਉਠਾਏ ਨੇ। ਇਹਨਾਂ ਮੁੱਦਿਆਂ ਨਾਲ ਸਾਰੀ ਸੁਸਾਇਟੀ ਪ੍ਰਭਾਵਿਤ ਹੁੰਦੀ ਹੈ, ਸਾਰਾ ਦੇਸ਼ ਬਰਬਾਦੀ ਵਾਲੇ ਪਾਸੇ ਨੂੰ ਜਾਂਦਾ ਹੈ। ਤੋ ਇਸ ਕਰਕੇ ਮੁੱਦੇ ਅਸੀਂ ਉਠਾਏ ਨੇ। ਇਸ ਗੱਲ ਦਾ ਕਸ਼ਟ ਹੈ ਬਹੁਤ ਭਈ ਕਿਸਾਨਾਂ ਨਾਲ ਦੁਸ਼ਮਣੀ ਸੇੜ ਕੇ ਪ੍ਰਧਾਨ ਮੰਤਰੀ ਦਮਗਜੇ ਕਿੱਦਾਂ ਮਾਰਦੇ ਹੈ। ਅੱਜ ਦੀ ਤਰੀਕ ਵਿੱਚ ਜਦੋਂ ਸਮਾਜ ਦੇ ਸਾਡੇ ਦੇਸ਼ ਦੇ ਬਾਕੀ ਦੇ ਸਾਰੇ ਸੈਕਟਰ ਉਹਨਾਂ ਦੇ ਧੰਦਾ ਜਿਹੜਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ, ਸਿਰਫ ਖੇਤੀ ਸੈਕਟਰ ਹੈ ਜਿਹਨੇ ਸਰਕਾਰ ਨੂੰ ਤੇ ਸਮਾਜ ਨੂੰ ਬਚਾਇਆ ਹੋਇਆ। ਅਸੀਂ ਇੰਨੇ
ਅੰਨ ਪੈਦਾ ਕਰਕੇ ਗੋਦਾਮ ਭਰੇ ਨੇ, ਉਹਨਾਂ ਵਿੱਚੋਂ ਹਰ ਰੋਜ਼ ਜਿਵੇਂ ਮਿਸਾਲ ਦੇ ਤੌਰ ਤੇ ਪੰਜਾਬ 'ਚੋਂ ਤਕਰੀਬਨ 30 ਲੱਖ ਟਨ ਅਨਾਜ ਹਰ ਰੋਜ਼ ਇੱਥੋਂ ਮੂਵਮੈਂਟ ਹੋ ਕੇ ਜਿੱਥੇ ਲੋੜ ਆ ਉੱਥੇ ਨੂੰ ਜਾ ਰਿਹਾ, ਹਰਿਆਣੇ 'ਚੋਂ ਜਾ ਰਿਹਾ, ਮੱਧ ਪ੍ਰਦੇਸ਼ 'ਚੋਂ ਜਾ ਰਿਹਾ। ਕਿਸਾਨਾਂ ਨੇ ਅੰਨ ਪੈਦਾ ਕੀਤਾ ਦੇਸ਼ ਲਈ, ਉਹੀ ਅੰਨ ਵੰਡ ਰਹੇ ਨੇ ਨਾ, ਉਹਦੇ ਸਹਾਰੇ ਸਟੇਬਿਲਿਟੀ ਹੈ ਸਰਕਾਰ ਵਿੱਚ। ਜੇ ਅੰਨ ਦੇ ਪੱਖੋਂ ਅਸੀਂ ਡੈਫਿਸਿਟ 'ਚ ਹੁੰਦੇ ਤਾਂ ਇੱਥੇ ਲੜਾਈ ਲੋਕਾਂ ਦੀ ਆਪੋ ਵਿੱਚ ਹੀ ਖਾਨਾ ਜੰਗੀ ਹੋ ਜਾਣੀ ਸੀ। ਢਿੱਡ ਦੀ ਭੁੱਖ ਬੰਦੇ ਨੂੰ ਕੁਝ ਵੀ ਕਰਨ ਲਈ ਮਜਬੂਰ ਕਰ ਦਿੰਦੀ ਹੈ, ਤਾਂ ਪਤਾ ਨਹੀਂ ਦੇਸ਼ ਦੇ ਹਾਲਾਤ ਕੀ ਹੁੰਦੇ। ਤਾਂ ਇਸ ਗੱਲ ਦੀ ਸਾਨੂੰ ਬਹੁਤ ਤਕਲੀਫ ਹੈ ਵੀ ਪ੍ਰਧਾਨ ਮੰਤਰੀ ਔਰ ਉਹਨਾਂ ਦੀ ਪਾਰਟੀ ਭਾਜਪਾ ਦਾ ਵਤੀਰਾ ਇੰਨਾ ਅਣਮਨੁੱਖੀ ਔਰ ਦੁਸ਼ਮਣਾਂ ਵਾਲਾ ਵਤੀਰਾ ਇਹ ਦੇਸ਼ ਦੇ ਕਿਸਾਨਾਂ ਦੇ ਨਾਲ, ਔਰ ਹਰ ਵੇਲੇ ਸਕੀਮਾਂ ਘੜਦੇ ਰਹਿੰਦੇ ਹੈ ਵੀ ਕਿਵੇਂ ਕਿਸੇ ਤਰੀਕੇ ਇਸ ਅੰਦੋਲਨ ਨੂੰ ਬਦਨਾਮ ਕੀਤਾ ਜਾਏ, ਇਸ ਅੰਦੋਲਨ ਨੂੰ ਤੋੜਿਆ ਜਾਏ। ਹਰ ਸੰਭਵ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ। ਇਹਦੀ ਅਸੀਂ ਨਿੰਦਾ ਕਰਦੇ ਹਾਂ ਔਰ ਆਸ ਕਰਦੇ ਹਾਂ ਵੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਭਾਜਪਾ ਦੇ ਨਹੀਂ, ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੇ, ਉਹ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ। ਸੰਵਿਧਾਨ 'ਚ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਮੁੱਢਲੀ ਡਿਊਟੀ ਇਹ ਹੈ ਵੀ ਉਹ ਲੋਕਾਂ ਦੀ ਲੋੜਾਂ ਅਨੁਸਾਰ ਸਰਕਾਰ ਨੂੰ ਚਲਾਉਣ। ਜਿਹੜੀ ਚੀਜ਼ ਲੋਕਾਂ ਨੂੰ ਪਸੰਦ ਨਹੀਂ ਉਹ ਜ਼ਬਰਦਸਤੀ ਠੋਸਣਾ, ਆਪਣੇ ਕੋਲ ਚਹੇਤੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਬੈਨੀਫਿਟ ਦੇਣ ਲਈ ਉਹਨਾਂ ਨੂੰ ਉਹਨਾਂ ਦੀਆਂ ਲੋੜਾਂ ਆਮ ਲੋਕਾਂ ਦੇ ਸਿਰ ਮੜਨੀਆਂ, ਇਹ ਕੋਈ ਚੰਗੀ ਸਰਕਾਰ ਦੀ ਨਿਸ਼ਾਨੀ ਨਹੀਂ। ਅਸੀਂ ਅੰਦੋਲਨ ਵਿੱਚ ਹਾਂ, ਅਸੀਂ ਪਹਿਲਾਂ ਵੀ ਕਿਹਾ, ਅੱਜ ਫੇਰ ਤੁਹਾਡੇ ਸਾਹਮਣੇ ਤੁਹਾਡੇ ਰਾਹੀਂ ਚਾਹਾਂਗੇ ਵੀ ਇਸ ਰੀਜਨ 'ਚ ਖਾਸ ਤੌਰ ਤੇ ਇਹ ਖਬਰ ਹਰ ਘਰ ਪਹੁੰਚਾਓ ਤੁਸੀਂ। 19 ਜੁਲਾਈ ਤੋਂ ਪਾਰਲੀਮੈਂਟ ਦਾ ਇਜਲਾਸ ਸ਼ੁਰੂ ਹੋ ਰਿਹਾ ਹੈ। ਅਸੀਂ ਉਹਦੇ ਸੰਬੰਧ 'ਚ ਕੁਝ ਫੈਸਲੇ ਕੀਤੇ ਹੈ। ਇੱਕ ਫੈਸਲਾ ਇਹ ਕੀਤਾ ਹੈ ਵੀ ਅਪੋਜੀਸ਼ਨ ਪਾਰਟੀਆਂ ਚੁੱਪ ਬੈਠੀਆਂ ਨੇ, ਕਿਸੇ ਨੇ ਆਪਣਾ ਮੂੰਹ ਨਹੀਂ ਖੋਲ੍ਹਿਆ। ਤੇ ਆਮ ਤੌਰ ਤੇ ਪਾਰਲੀਮੈਂਟ 'ਚ ਇਹ ਹੁੰਦਾ ਹੈ ਜਦੋਂ ਚਰਚਾ ਹੁੰਦੀ ਹੈ, ਰੌਲਾ ਪਾਉਂਦੇ ਨੇ, ਹੌਲੀ ਹੌਲੀ ਫਿਰ ਵਾਕਆਊਟ ਕਰ ਜਾਂਦੇ ਨੇ। ਵਾਕਆਊਟ ਕਰਕੇ ਰਾਜ ਵਾਲੀ ਸਰਕਾਰ ਨੂੰ ਮੌਕਾ ਦੇ ਦਿੰਦੇ ਨੇ ਵੀ ਉਹ ਬਾਅਦ ਵਿੱਚ ਜੋ ਮਰਜ਼ੀ ਤੁਹਾਡਾ ਜੀ ਕਰਦਾ ਪਾਸ ਕਰ ਲਓ, ਅਸੀਂ ਸਾਰੇ ਬਾਹਰ ਚੱਲੇ ਹਾਂ। ਅਸੀਂ 17 ਤਰੀਕ ਨੂੰ ਜਿੰਨੇ ਆਪੋਜੀਸ਼ਨ ਦੇ ਐਮਪੀਜ਼ ਨੇ, ਚਾਹੇ ਰਾਜ ਸਭਾ 'ਚ ਨੇ ਚਾਹੇ ਲੋਕ ਸਭਾ 'ਚ ਨੇ, ਉਹਨਾਂ ਨੂੰ ਕਿਸਾਨਾਂ ਵੱਲੋਂ ਮਜ਼ਦੂਰਾਂ ਵੱਲੋਂ ਇੱਕ ਚੇਤਾਵਨੀ ਪੱਤਰ ਦੇਣ ਜਾ ਰਹੇ ਹਾਂ। ਉਹਦੇ 'ਚ ਉਹਨਾਂ ਨੂੰ ਇਹ ਬੇਨਤੀ ਕੀਤੀ ਜਾਏਗੀ ਵੀ ਤੁਸੀਂ ਇਸ ਮੋਰਚੇ ਦੀਆਂ ਮੰਗਾਂ ਬਾਰੇ ਆਵਾਜ਼ ਬਣੋ ਪਾਰਲੀਮੈਂਟ ਦੇ ਵਿੱਚ, ਪਾਰਲੀਮੈਂਟ 'ਚ ਰੌਲਾ ਪਾਓ, ਸਰਕਾਰ ਨੂੰ ਮਜਬੂਰ ਕਰੋ ਵੀ ਜਿਹੜੀ 8 ਮਹੀਨੇ ਦਾ ਬਿਨਾਂ ਵਜ੍ਹਾ ਡੈਡਲੌਕ ਖੜਾ ਕੀਤਾ ਹੋਇਆ ਹੈ, ਭਾਵੇਂ ਐਲਾਨ ਕਰੀ ਜਾਂਦੇ ਆ ਗੱਲਬਾਤ ਲਈ ਤਿਆਰ ਹਾਂ, ਫਿਰ ਸ਼ਰਤਾਂ ਲਾ ਦਿੰਦੇ ਹੈ ਤੇ ਉਹ ਇਹ ਮੋਰਚੇ ਨੂੰ ਮੰਗਾਂ ਮਨਾਉਣ ਲਈ ਪਾਰਲੀਮੈਂਟ ਦੇ ਵਿੱਚ ਕਿਸਾਨਾਂ ਦੀ ਆਵਾਜ਼ ਉਠਾਓ। ਤੇ ਬੜਾ ਸਪਸ਼ਟ ਉਹਦੇ ਵਿੱਚ ਅਸੀਂ ਕਹਿ ਰਹੇ ਹਾਂ ਉਹਨਾਂ ਨੂੰ ਵੀ ਜਿੱਥੇ ਵਾਕਆਊਟ ਨਹੀਂ ਕਰਨਾ ਉੱਥੇ ਮੁੱਦੇ ਹੋਰ ਵੀ ਬਹੁਤ ਨੇ। ਜੇ ਰਾਫੇਲ ਦਾ ਵੀ ਮੁੱਦਾ ਸਾਨੂੰ ਪਤਾ ਹੈ, ਜੇ ਰਾਫੇਲ ਦੇ ਮੁੱਦੇ 'ਚ ਕਿਸਾਨਾਂ ਦੀਆਂ ਮੰਗਾਂ ਦਬਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਜਾਂ ਕੋਈ ਪਾਰਟੀ ਇਹ ਮੁੱਦੇ ਕਿਸਾਨਾਂ ਦੇ ਉਠਾਉਣ ਵਿੱਚ ਢਿੱਲ ਵਰਤੇਗੀ, ਤਾਂ ਅੱਜ ਤਾਂ ਅਸੀਂ ਭਾਜਪਾ ਦੇ ਲੀਡਰਾਂ ਦਾ, ਭਾਜਪਾ ਦੇ ਐਮਪੀਆਂ ਦਾ ਹੀ ਵਿਰੋਧ ਕਰ ਰਹੇ ਹਾਂ, ਤਾਂ ਫਿਰ ਉਹਨਾਂ ਦਾ ਵੀ ਅਸੀਂ ਉਸੇ ਤਰ੍ਹਾਂ ਵਿਰੋਧ ਕਰਾਂਗੇ ਜਿਵੇਂ ਭਾਜਪਾ ਵਾਲਿਆਂ ਦਾ ਕਰਦੇ ਹਾਂ। ਇਹ ਅਸੀਂ ਫੈਸਲਾ ਕਰ ਲਿਆ। ਤਾਂ ਸਾਡੀ ਸਿਨੇਮਰ ਬੇਨਤੀ ਹੈ ਉਹਨਾਂ ਪੋਲੀਟੀਕਲ ਲੀਡਰਸ ਨੂੰ ਵੀ ਤੁਸੀਂ ਅਪੋਜੀਸ਼ਨ 'ਚੋਂ ਆਪਣਾ ਰੋਲ ਨਿਭਾਓ, ਲੋਕਾਂ ਦੀ ਆਵਾਜ਼ ਬਣੋ। ਜੇ ਤੁਸੀਂ ਇੱਦਾਂ ਨਾ ਕੀਤਾ ਤਾਂ ਫਿਰ ਸਾਡੇ ਲਈ ਤੁਸੀਂ ਉਸੇ ਕਤਾਰ 'ਚ ਖੜੇ ਹੋਵੋਗੇ ਜਿੱਥੇ ਬੀਜੇਪੀ ਵਾਲਿਆਂ ਦਾ ਉਹਨਾਂ ਦੇ ਘਰਾਂ ਦੇ ਅੱਗੇ ਧਰਨੇ ਚੱਲਦੇ ਨੇ, ਉਹਨਾਂ ਦਾ ਬਾਹਰ ਨਿਕਲਣਾ ਅਸੀਂ ਬੰਦ ਕੀਤਾ ਹੋਇਆ। ਅਸੀਂ ਉਹਨਾਂ ਦੇ ਵਿਰੁੱਧ ਮੁਜ਼ਾਹਰੇ ਕਰਦੇ ਹਾਂ, ਜਿੱਥੇ ਜਾਂਦੇ ਆ ਪਿੰਡਾਂ 'ਚ ਵੜਨ ਨਹੀਂ ਦਿੰਦੇ। ਤੇ ਇਹੀ ਕੰਮ ਫਿਰ ਬਾਕੀ ਪੋਲੀਟੀਕਲ ਪਾਰਟੀਆਂ ਦਾ ਵੀ ਹੋਏਗਾ। ਇਹ ਸਿਰਫ ਪੰਜਾਬ ਲਈ ਨਹੀਂ, ਇਹ ਸਾਰੇ ਦੇਸ਼ 'ਚ ਸਾਰੇ ਸਾਡੇ ਜਿੰਨੇ ਯੂਨਿਟ ਨੇ ਸਾਰੀਆਂ ਸਟੇਟਾਂ 'ਚ ਹਰ ਜਗ੍ਹਾ ਅਪੋਜੀਸ਼ਨ ਲੀਡਰਸ ਨੂੰ ਇਹ ਚੇਤਾਵਨੀ ਪੱਤਰ ਦੇਣਗੇ 17 ਤਾਰੀਖ ਨੂੰ। ਤੇ ਦੂਸਰਾ 19 ਤਾਰੀਖ ਨੂੰ ਸੈਸ਼ਨ ਸ਼ੁਰੂ ਹੋਣਾ, ਉਦੋਂ ਬਹੁਤਾ ਬਿਜ਼ਨਸ ਪਾਰਲੀਮੈਂਟ ਦੇ ਵਿੱਚ ਹੈ ਨਹੀਂ, ਇਸ ਲਈ ਅਸੀਂ 22 ਤਾਰੀਖ ਤੋਂ ਜਿਹੜਾ ਸੀਰੀਅਸ ਬਿਜ਼ਨਸ ਪਾਰਲੀਮੈਂਟ ਵਿੱਚ ਸ਼ੁਰੂ ਹੋਏਗਾ, ਅਸੀਂ ਫੈਸਲਾ ਕੀਤਾ ਵੀ 22 ਤਾਰੀਖ ਤੋਂ ਹਰ ਰੋਜ਼ ਤਕਰੀਬਨ 200 ਕਿਸਾਨਾਂ ਦਾ ਜੱਥਾ ਹਰ ਜਥੇਬੰਦੀ ਵੱਲੋਂ ਜਿਹੜੀਆਂ ਉੱਥੇ ਐਕਟਿਵਲੀ ਮੌਕੇ 'ਤੇ ਨੇ ਕੰਮ ਕਰਦੀਆਂ, ਉਹ
ਪਾਰਲੀਮੈਂਟ ਵੱਲ ਮਾਰਚ ਕਰੇਗਾ ਔਰ ਰੋਜ਼ ਉੱਥੋਂ ਬੱਸਾਂ ਤੇ ਚੜ੍ਹ ਕੇ ਬਾਕਾਇਦਾ ਗਲਾਂ ਵਿੱਚ ਉਹਨਾਂ ਦੀ ਆਈਡੈਂਟੀਫਿਕੇਸ਼ਨ ਪਾ ਕੇ ਅਸੀਂ ਪਾਰਲੀਮੈਂਟ ਵੱਲ ਭੇਜਾਂਗੇ। ਉਹ ਬਾਹਰੋਂ ਆਪਣੀ ਆਵਾਜ਼ ਉਠਾਉਣਗੇ। ਐਮਪੀਜ਼ ਨੂੰ ਬੇਨਤੀ ਹੈ ਤੁਸੀਂ ਆਪਣੇ ਅੰਦਰ ਆਵਾਜ਼ ਉਠਾਓ। ਇਹ ਜਿੱਦਣ ਤੱਕ ਪਾਰਲੀਮੈਂਟ ਦਾ ਸੈਸ਼ਨ ਚੱਲੇਗਾ ਉਦੋਂ ਤੱਕ ਲਗਾਤਾਰ ਇਹ ਜਥੇ ਜਾਂਦੇ ਰਹਿਣਗੇ। ਉਹ ਤੋਂ ਅਗਲੀ ਸਟ੍ਰੈਟਜੀ ਫਿਰ ਜੋ ਅਸੀਂ ਫੈਸਲਾ ਕਰਾਂਗੇ ਉਹ ਤੁਹਾਡੇ ਤੱਕ ਅਸੀਂ ਪਹੁੰਚਾਵਾਂਗੇ। ਇੱਕ ਗੱਲ। ਦੂਸਰਾ, ਅਸੀਂ ਸਾਰੇ ਸਮਾਜ ਵਿੱਚ ਅੱਜ ਫੇਸ ਕਰ ਰਹੇ ਹਾਂ, ਇਹ ਅੱਜ ਦੇ ਰਾਜ ਭਾਗ ਵਾਲੇ ਲੋਕ ਉਹ ਨੇ ਜਿਹੜੇ ਕਾਂਗਰਸ ਵੇਲੇ ਜਦੋਂ 55-60 ਰੁਪਏ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਸੀ ਉਦੋਂ ਇਹ ਰੇੜਿਆਂ ਦੇ ਉੱਤੇ ਚੜ੍ਹ ਕੇ ਪਾਰਲੀਮੈਂਟ ਜਾਂਦੇ ਸੀ। ਉਦੋਂ ਇਹ ਡਟ ਕੇ ਵਿਰੋਧ ਕਰਦੇ ਸੀ ਔਰ ਉਦੋਂ $105 ਇੰਟਰਨੈਸ਼ਨਲ ਮਾਰਕੀਟ 'ਚ ਕਰੂਡ ਦਾ ਰੇਟ ਸੀ। ਅੱਜ $70 ਕਰੂਡ ਦਾ ਰੇਟ ਹੈ ਤੇ ਜਿਹੜਾ ਪੈਟਰੋਲ ਡੀਜ਼ਲ ਹੈ ਇਹ 100 ਰੁਪਏ ਕ੍ਰਾਸ ਕਰ ਗਿਆ। ਸਾਡੇ ਪੰਜਾਬ ਔਰ ਚੰਡੀਗੜ੍ਹ ਦੇ ਵਿੱਚ ਹਾਲੇ 2-3 ਰੁਪਏ ਡੀਜ਼ਲ ਜਿਹੜਾ 100 ਤੋਂ ਘੱਟ ਹੈ, ਬਾਕੀ ਸਟੇਟਾਂ ਵਿੱਚ 100 ਕ੍ਰਾਸ ਕਰ ਗਿਆ। ਰਸੋਈ ਗੈਸ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਗਈ। ਆਮ ਆਦਮੀ ਪੈਟਰੋਲ ਡੀਜ਼ਲ ਨਾਲ ਵਹੀਕਲ ਚਲਾਉਣਾ, ਮੋਟਰਸਾਈਕਲ ਸਕੂਟਰ ਚਲਾਉਣਾ ਉਹਨਾਂ ਦੇ ਹੱਥੋਂ ਨਿਕਲਦਾ ਜਾ ਰਿਹਾ। ਤਾਂ ਅਸੀਂ ਇਹਦੇ ਵਿਰੋਧ ਵਿੱਚ, ਇਹਦੇ ਨਾਲ ਇੰਨੀ ਮਹਿੰਗਾਈ ਹੁੰਦੀ ਜਾ ਰਹੀ ਹੈ, ਆਮ ਆਦਮੀ ਦਾ ਜਿਉਣਾ ਦੁੱਭਰ ਹੈ। ਔਰ ਇਸ ਗੱਲ ਦੀ ਤਸੱਲੀ ਹੈ ਵੀ ਜਿਹੜਾ ਅਸੀਂ ਐਸੈਂਸ਼ੀਅਲ ਕਮੋਡਿਟੀਜ਼ ਐਕਟ ਇਹਨਾਂ ਨੇ 1955 ਦਾ ਬਦਲਿਆ ਸੀ, ਅਸੀਂ ਕਹਿੰਦੇ ਸੀ ਵੀ ਅਸੀਂ ਇਹਦਾ ਵਿਰੋਧ ਕਰਦੇ ਹਾਂ। ਅੱਜ ਹੁਣ ਉਹ ਸਸਪੈਂਡ ਹੈ ਸੁਪਰੀਮ ਕੋਰਟ ਦੀ ਆਰਡਰ ਦੀ ਵਜ੍ਹਾ ਨਾਲ। ਇਹਨਾਂ ਨੂੰ ਉਸੇ ਕਾਨੂੰਨ ਦਾ ਸਹਾਰਾ ਲੈਣਾ ਪਿਆ। ਹੁਣ ਦਾਲਾਂ ਔਰ ਜਿਹੜਾ ਆਇਲ ਸੀਡਸ ਨੇ, ਐਡੀਬਲ ਆਇਲ ਹੈ, ਉਹਨਾਂ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਵਾਸਤੇ ਉਹੀ ਪੁਰਾਣਾ ਕਾਨੂੰਨ ਜਿਹੜਾ ਰੱਦ ਕੀਤਾ ਸੀ ਉਸੇ ਦਾ ਸਹਾਰਾ ਲੈਣਾ ਪਿਆ। ਜੇ ਉਹ ਨਾ ਹੁੰਦਾ ਤਾਂ ਕੀਮਤਾਂ ਕੰਟਰੋਲ ਕਰਨ ਦਾ ਸਰਕਾਰ ਕੋਲ ਕੋਈ ਸਾਧਨ ਨਹੀਂ ਸੀ। ਫਿਰ ਵੀ ਸਰਕਾਰ ਕੀਮਤਾਂ ਕੰਟਰੋਲ ਨਹੀਂ ਕਰ ਰਹੀ, ਸਭ ਕੁਝ ਕਾਰਪੋਰੇਟਸ ਦੇ ਹੱਥ 'ਚ ਹੈ। ਇਹਦੇ ਵਿਰੋਧ 'ਚ ਅਸੀਂ 8 ਤਾਰੀਖ ਨੂੰ ਸਮਾਜ ਦੇ ਹਰ ਵਰਗ ਨੂੰ, ਸ਼ਹਿਰੀਆਂ ਨੂੰ, ਮੁਲਾਜ਼ਮਾਂ ਨੂੰ, ਇੰਡਸਟਰੀ ਵਾਲਿਆਂ ਨੂੰ, ਵਪਾਰੀਆਂ ਨੂੰ, ਕਿਸਾਨਾਂ ਨੂੰ, ਮਜ਼ਦੂਰਾਂ ਨੂੰ, ਸਭ ਨੂੰ ਸਾਡੀ ਅਪੀਲ ਹੈ ਭਈ ਟਰਾਂਸਪੋਰਟਰ ਸਾਰਿਆਂ ਨੂੰ ਸਾਡੀ ਅਪੀਲ ਹੈ ਭਈ 10 ਤੋਂ 12 ਵਜੇ ਤੱਕ ਸਾਰੇ ਦੇਸ਼ ਵਿੱਚ ਅਸੀਂ ਆਪੋ ਆਪਣੇ ਵਹੀਕਲ ਲਿਆ ਕੇ ਸੜਕ 'ਤੇ ਖੜ੍ਹੇ ਕਰਾਂਗੇ। ਗੈਸ ਸਿਲੰਡਰਸ ਖਾਲੀ ਲੈ ਕੇ ਸਾਡੀਆਂ ਭੈਣਾਂ ਉਹ ਸੜਕ 'ਤੇ ਆਉਣਗੀਆਂ। ਅਸੀਂ 2 ਘੰਟੇ ਵਿਰੋਧ ਕਰਾਂਗੇ। 2 ਘੰਟੇ ਦੇ ਵਿਰੋਧ ਤੋਂ ਬਾਅਦ, ਕਿਉਂਕਿ 8 ਤਰੀਕ ਨੂੰ ਕਰਨਾ ਹੈ, ਜਿਹੜਾ ਫਾਰਮੂਲਾ ਮੋਦੀ ਨੇ ਦਿੱਤਾ, ਤਾਂ ਅਸੀਂ 8 ਮਿੰਟ ਲਈ ਹਾਰਨ ਵੀ ਵਜਾਵਾਂਗੇ। ਮੋਦੀ ਸਰਕਾਰ ਦੇ ਕੰਨ ਖੋਲ੍ਹਣ ਲਈ ਹਾਰਨ ਵਜਾਵਾਂਗੇ। ਤਾਂ ਇਹ ਫੈਸਲੇ ਨੇ ਜਿਹੜੇ ਅਸੀਂ ਤੁਹਾਡੇ ਰਾਹੀਂ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਸੀ। ਤਾਂ ਬਹੁਤ ਬਹੁਤ ਧੰਨਵਾਦ। ਕੋਈ ਸਵਾਲ ਖਤਮ ਹੋਣ ਸੜਕਾਂ ਦੇ ਅੜਦਲ ਖੜਨਾ ਜਾਮ ਕਰਨਾ ਟ੍ਰੈਫਿਕ। ਇੱਕ ਗੱਲ ਬੜਾ ਸਪਸ਼ਟ ਕਿਹਾ ਸੀ ਸਾਰਿਆਂ ਨੂੰ ਵੀ ਟ੍ਰੈਫਿਕ ਜਾਮ ਕਿਸੇ ਨੇ ਨਹੀਂ ਕਰਨਾ। ਸੜਕਾਂ 'ਤੇ ਸਾਈਡਾਂ 'ਤੇ ਲਾਉਣੀਆਂ ਗੱਡੀਆਂ, ਵਹੀਕਲ ਜਿਹੜੇ ਨੇ ਸਾਈਡਾਂ 'ਤੇ ਹੋਣਗੇ। ਅਸੀਂ ਟ੍ਰੈਫਿਕ ਜਾਮ ਕਰਕੇ, ਕੋਈ ਮਰੀਜ਼ ਹੋ ਸਕਦਾ, ਕਿਸੇ ਦੀ ਕੋਈ ਜ਼ਰੂਰੀ ਕੰਮ ਜਾਣਾ ਹੋ ਸਕਦਾ ਹੈ, ਉਹਨਾਂ ਲੋਕਾਂ ਨੂੰ ਗਰਮੀ ਦੇ ਵਿੱਚ ਅਸੀਂ ਤਕਲੀਫ ਨਹੀਂ ਦੇਣਾ ਚਾਹੁੰਦੇ। ਇਸ ਲਈ ਫੈਸਲਾ ਕੀਤਾ ਹੈ ਵੀ ਜਾਮ ਨਹੀਂ ਲਾਵਾਂਗੇ, ਸਾਰੇ ਵਹੀਕਲ ਸੜਕਾਂ 'ਤੇ ਆ ਜਾਣਗੇ। ਔਰ ਯਾਦ ਰੱਖਣਾ ਚਾਹੀਦਾ ਸਾਨੂੰ ਸਾਰੇ ਹਿੰਦੁਸਤਾਨੀਆਂ ਨੂੰ, ਇੱਕ ਮੁੱਠਤਾ ਦਿਖਾਉਣੀ ਪਏਗੀ। ਐਵੇਂ ਚੀਕਾਂ ਮਾਰਨਾ ਮਹਿੰਗਾਈ ਹੋ ਗਈ, ਮਹਿੰਗਾਈ ਹੋ ਗਈ, ਸਿਰਫ ਕਿਸਾਨਾਂ ਦੇ ਸਿਰ ਲਾ ਕੇ ਗੱਲ ਨਹੀਂ ਛੱਡਣੀ ਚਾਹੀਦੀ। ਤੁਸੀਂ ਦੇਖਿਆ 2 ਸਾਲ ਪਹਿਲਾਂ ਜਰਮਨੀ ਵਿੱਚ ਜਦੋਂ ਸਰਕਾਰ ਨੇ ਇਸੇ ਤਰ੍ਹਾਂ ਰੇਟ ਵਧਾਏ ਸੀ, ਸਾਰੇ ਜਰਮਨੀ ਦੇ ਲੋਕਾਂ ਨੇ ਆਪਣੇ ਆਪਣੇ ਵਹੀਕਲ ਲਿਆ ਕੇ ਸੜਕਾਂ 'ਤੇ ਖੜ੍ਹੇ ਕਰਕੇ ਲੌਕ ਕਰਕੇ ਘਰਾਂ ਨੂੰ ਚਲੇ ਗਏ ਸੀ। ਤੇ ਸਰਕਾਰ ਨੂੰ 2 ਘੰਟੇ ਵਿੱਚ ਫੈਸਲਾ ਬਦਲਣਾ ਪਿਆ ਸੀ। ਤਾਂ ਮੋਦੀ ਸਰਕਾਰ ਵਜਿੱਦ ਹੈ, ਉਹਨੂੰ ਅਸੀਂ ਪਹਿਲਾਂ ਵੀ ਵਿਰੋਧ ਕਰ ਲਿਆ। ਕਈ ਜਗ੍ਹਾ ਟਰੈਕਟਰ ਮਾਰਚ ਕੱਢ ਲਏ, ਕਈ ਜਗ੍ਹਾ ਅਸੀਂ ਅਲੱਗ-ਅਲੱਗ ਢੰਗ ਨਾਲ ਵਿਰੋਧ ਕਰਦੇ ਰਹੇ ਹਾਂ। ਪਰ 8 ਤਾਰੀਖ ਨੂੰ ਸਾਰੇ ਦੇਸ਼ ਵਿੱਚ ਅਸੀਂ ਕਾਲ ਦਿੱਤੀ ਹੈ ਹਰ ਵਰਗ ਨੂੰ ਭਈ ਆਪੋ ਆਪਣਾ ਵਹੀਕਲ 10 ਤੋਂ 12 ਵਜੇ ਤੱਕ ਸੜਕਾਂ 'ਤੇ ਖੜ੍ਹਾ ਕਰੋ ਔਰ ਉਹਦੇ ਬਾਅਦ 8 ਮਿੰਟ ਲਈ ਹਾਰਨ ਵਜਾਓ। ਬਹੁਤ ਬਹੁਤ ਧੰਨਵਾਦ। ਹੁਣ ਕੋਈ ਸਵਾਲ? ਇੱਕ ਮੈਂ ਬੇਨਤੀ ਕਰੀ, ਜਦੋਂ ਸਾਰੇ ਇਕੱਠੇ ਸਵਾਲ ਕਰੋਗੇ ਕੁਝ ਪੱਲੇ ਨਹੀਂ ਪੈਂਦਾ, ਨਾ ਮੇਰੇ ਨਾ ਤੁਹਾਡੇ। ਇੱਕ ਇੱਕ ਕਰਕੇ ਸਵਾਲ ਕਰ ਲਓ। ਰਾਜੇਵਾਲ ਸਾਹਿਬ, ਪਹਿਲਾ ਸਵਾਲ, 3-4 ਦਿਨ ਪਹਿਲਾਂ ਜਿਸ ਤਰੀਕੇ ਨਾਲ ਬੀਜੇਪੀ ਆਗੂ ਹਰਜੀਤ ਗਰੇਵਾਲ ਦੀ ਖੇਤਾਂ ਦੇ ਉੱਤੇ ਜਿਹੜਾ ਟਰੈਕਟਰ ਚਲਾਇਆ ਗਿਆ, ਉਹਨੂੰ ਵਾਇਆ ਗਿਆ, ਉਹ ਕਿੰਨਾ ਜਾਇਜ਼ ਕਦਮ ਸੀਗਾ? ਉਹਨਾਂ ਵੱਲੋਂ ਇਹ ਸਵਾਲ ਚੱਕਿਆ ਗਿਆ ਕਿ ਉਹ ਕਿਸਾਨ ਨਹੀਂ ਹੈ, ਇਹ ਦੇਸ਼ ਵਿਰੋਧੀ ਹੈਗੇ ਜਿਹੜੇ ਇਸ ਤਰ੍ਹਾਂ ਦੀ ਹਰਕਤਾਂ ਕਰ ਰਹੇ ਕਿ ਕਿਸਾਨ ਇਸ ਤਰ੍ਹਾਂ ਦੀ ਹਰਕਤ ਨਹੀਂ ਕਰ ਸਕਦਾ। ਦੇਖੋ,
ਸਾਡਾ ਕੋਈ ਫੈਸਲਾ ਨਹੀਂ ਜਥੇਬੰਦੀਆਂ ਦਾ, ਪਰ ਗਰਾਊਂਡ ਰਿਐਲਿਟੀ ਸਮਝਣੀ ਚਾਹੀਦੀ ਹੈ। ਉਹਦਾ ਪਿੰਡ ਧਨੌਲਾ ਹੈ, ਧਨੌਲੇ ਪਿੰਡ ਨੇ ਆਮ ਇਜਲਾਸ ਬੁਲਾ ਕੇ ਫੈਸਲਾ ਕੀਤਾ ਵੀ ਹਰਜੀਤ ਸਿੰਘ ਗਰੇਵਾਲ ਰੋਜ਼ ਕਿਸਾਨਾਂ ਦੇ ਵਿਰੁੱਧ ਬੋਲਦਾ ਹੈ, ਇਸ ਕਰਕੇ ਇਹਦੀ ਜ਼ਮੀਨ ਕੋਈ ਠੇਕੇ ਤੇ ਨਹੀਂ ਲਏਗਾ। ਕਿਸੇ ਇੱਕ ਸੱਜਣ ਨੇ ਜ਼ਮੀਨ ਠੇਕੇ ਤੇ ਲੈ ਲਈ, ਉਹਦੇ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਉਹਦਾ ਵਿਰੋਧ ਕੀਤਾ ਔਰ ਉਹਨਾਂ ਨੇ ਉਹ ਪੱਟ ਦਿੱਤਾ। ਔਰ ਉਹਦੇ ਵਿੱਚ ਭਾਵੁਕਤਾ ਵੀ ਹੈ, ਗੁੱਸਾ ਵੀ ਹੈ ਲੋਕਾਂ ਦਾ। ਮੈਂ ਤਾਂ ਗਰੇਵਾਲ ਸਾਹਿਬ ਨੂੰ ਸਲਾਹ ਹੀ ਦਿਆਂਗਾ ਕਿ ਮੈਂ ਉਹਨਾਂ 'ਤੇ ਬਹੁਤਾ ਕਮੈਂਟ ਨਹੀਂ ਕਰਦਾ, ਕਿਉਂਕਿ ਉਹਨਾਂ ਦਾ ਹਰ ਵਾਰੀ ਤਰੀਕਾ, ਉਹਨਾਂ ਦੀ ਜਿਹੜੀ ਭਾਸ਼ਾ ਹੈ ਉਹ ਗਾਲੀ ਗਲੋਚ ਵਾਲੀ ਉਹ ਹੁੰਦੀ ਹੈ, ਇੱਕ ਤਰ੍ਹਾਂ ਨਾਲ ਟੇਢੇ ਢੰਗ ਨਾਲ। ਮੈਂ ਉਹਨਾਂ ਨੂੰ ਕੋਈ ਕਮੈਂਟ ਨਹੀਂ ਕਰਦਾ, ਸਿਰਫ ਇਹ ਕਹਾਂਗਾ ਉਹ ਜੋ ਮਰਜ਼ੀ ਕਹਿਣ ਪਰ ਆਪਣੇ ਪਿੰਡ ਵਾਲਿਆਂ ਨਾਲ ਬਣਾ ਕੇ ਰੱਖਣ। ਰਾਜਨ ਸਾਹਿਬ 22 ਤਰੀਕ ਦਾ ਤੁਸੀਂ ਪ੍ਰੋਗਰਾਮ ਦਿੱਤਾ ਹੈ ਕਿ 200 ਬੰਦੇ ਜਾਣਗੇ ਜਥੇਬੰਦੀਆਂ ਦੇ, ਕੋਈ ਇੱਧਰ ਵੀ ਬੁਲਾਉਣ ਦੀ ਕੋਈ ਤਿਆਰੀ ਹੈ ਜਾਂ ਫਿਰ ਜਿਹੜੇ ਉੱਥੇ ਬੈਠੇ ਨੇ ਬਾਰਡਰਾਂ ਤੇ ਜਾਂ ਜਥੇਬੰਦੀਆਂ ਦੇ ਬੰਦੇ ਨੇ ਉਹੀ ਜਾਣਗੇ? ਨਹੀਂ, ਉੱਥੇ ਜਿਹੜੇ ਬੈਠੇ ਉਹ ਬੈਠੇ ਰਹਿਣਗੇ। ਹਰੇਕ ਜਥੇਬੰਦੀ ਨੇ 5 ਬੰਦੇ ਰੋਜ਼ ਦੇਣੇ ਨੇ, ਉਹ ਇੱਥੋਂ ਪੰਜਾਬ ਚੋਂ ਤੇ ਹਰਿਆਣੇ ਚੋਂ। ਜਾਣਾ ਚਾਹੇ ਜਥੇਬੰਦੀ ਤੋਂ ਕਿਸੇ ਜਥੇਬੰਦੀ ਨਾਲ ਨਹੀਂ ਜੁੜਿਆ ਹੋਇਆ? ਨਹੀਂ, ਅਸੀਂ ਡਿਸਪਲਿਨ ਚ ਭੇਜਣਾ, ਇਦਾਂ ਨਹੀਂ ਕਿਸੇ ਨੂੰ ਅਲਾਉ ਕਰਾਂਗੇ। ਤੁਸੀਂ ਕਿਹਾ ਕਿ ਆਈ ਕਾਰਡ ਅਸੀਂ ਉਹਨਾਂ ਨੂੰ ਹਾਂ, ਅਸੀਂ ਆਈ ਕਾਰਡ ਬਣਾ ਕੇ ਦਿਆਂਗੇ। ਉਹ 26 ਜਨਵਰੀ ਦੀ ਘਟਨਾ ਨਾ ਹੋਵੇ ਇਸ ਅਸੀਂ ਫੁੱਲੀ ਕੰਟਰੋਲ ਕਰਨਾ ਚਾਹੁੰਦੇ ਹਾਂ। ਅਸੀਂ ਕਿਸੇ ਤਰ੍ਹਾਂ ਦਾ ਰਿਸਕ ਲੈਣਾ ਨਹੀਂ ਚਾਹੁੰਦੇ। संयुक्त मोर्चा में साइन करके देगा अभी हाँ, वही जानेंगे। 17 तारीख को आपने बोला है मेमोरेंडम देंगे सभी ऑपोजिशन, क्या इसे दिल्ली में दिया जाएगा या पूरे इंडिया में आपको? नहीं, उनके घरों में जाके दिया जाएगा, मतलब हर एक को जो थ्रू आउट द कंट्री। ਰਾਜਨ ਸਾਹਿਬ, ਕੁਝ ਲੀਡਰਾਂ ਦਾ ਵਿਰੋਧ ਹੋ ਰਿਹਾ, ਪਹਿਲਾਂ ਬੀਜੇਪੀ ਦਾ ਹੁੰਦਾ, ਹੁਣ ਪੰਜਾਬ ਦੇ ਵਿੱਚ ਕਾਂਗਰਸ ਤੇ ਅਕਾਲੀਆਂ ਦਾ ਵੀ ਵਿਰੋਧ ਹੋ ਰਿਹਾ ਦੇਖਣ ਨੂੰ ਮਿਲਿਆ। ਕੀ ਸੰਯੁਕਤ ਕਿਸਾਨ ਮੋਰਚੇ ਦੀ ਜਾਂ 32 ਕਿਸਾਨ ਜਥੇਬੰਦੀਆਂ ਦੀ ਜੀ ਕੋਈ ਕੋਲ ਹੈਗੀ ਆ, ਜਾਂ ਜਿਹੜੇ ਉਹ ਲੋਕ ਕਰ ਰਹੇ ਨੇ ਵਿਰੋਧ, ਤੁਸੀਂ ਉਹਨੂੰ ਕਿਵੇਂ ਦੇਖਦੇ? ਨਹੀਂ, ਅਸੀਂ ਨਹੀਂ ਕੋਈ ਕਾਲ ਦਿੱਤੀ, ਅਸੀਂ ਤਾਂ ਬੀਜੇਪੀ ਦੀ ਕਾਲ ਦਿੱਤੀ ਹੋਈ ਹੈ। ਪਰ ਤੁਹਾਨੂੰ ਸਮਾਜ ਵਿੱਚ ਵਿਚਰਦਿਆਂ ਲੋਕਾਂ ਦੀਆਂ ਭਾਵਨਾਵਾਂ ਵੀ ਸਮਝਣੀਆਂ ਪੈਣਗੀਆਂ। ਲੋਕਾਂ 'ਚ ਗੁੱਸਾ ਵੀ ਇੱਕ ਪਾਸੇ, ਤਾਂ ਅਸੀਂ ਬੈਠੇ ਹਾਂ 7.5 ਮਹੀਨੇ ਤੇ ਧਰਨੇ ਦੇ ਉੱਤੇ ਬੈਠੇ ਹਾਂ, ਤੇ ਇਹਨਾਂ ਨੂੰ ਹਾਲੇ 8-9 ਮਹੀਨੇ ਪਏ ਨੇ, ਅੱਜੇ ਚੋਣਾਂ ਦੀ ਫਿਕਰ ਪਈ ਹੈ। ਤਾਂ ਉਹ ਗੁੱਸੇ 'ਚ ਲੋਕ ਕਰੀ ਜਾਂਦੇ ਨੇ ਵਿਰੋਧ ਆਪਣੇ ਤੌਰ ਤੇ। ਸਾਡਾ ਉਹਦੇ 'ਚ ਕੋਈ ਰੋਲ ਨਹੀਂ। ਰਾਜੇਵਾਲ ਸਾਹਿਬ, ਅਸ਼ਵਨੀ ਸ਼ਰਮਾ ਜੀ ਨੇ ਸੀਐਮ ਸਾਹਿਬ ਤੋਂ ਮਿਲਣ ਦਾ ਸਮਾਂ ਮੰਗਿਆ ਹਰਜੀਤ ਗਰੇਵਾਲ ਦੀ ਜ਼ਮੀਨ ਵਾਹੁਣ ਤੋਂ ਬਾਅਦ। ਉਹਨਾਂ ਨੇ ਕਿਹਾ ਕਿ ਸੂਬੇ 'ਚ ਕਾਨੂੰਨਾਂ ਦੀ ਕੋਈ ਚੀਜ਼ ਨਹੀਂ, ਇਸੇ ਗੱਲ ਕਰਕੇ ਇਹ ਜਿਹੀਆਂ ਘਟਨਾਵਾਂ ਵਾਪਰੀਆਂ। ਗਰੇਵਾਲ ਸਾਹਿਬ ਨੂੰ ਮੈਂ ਉਹਨਾਂ ਤੇ ਕੋਈ ਕਮੈਂਟ ਨਹੀਂ ਕਰਨਾ। ਨਹੀਂ, ਉਹ ਆਪਣੇ ਪਿੰਡ ਵਾਲੇ ਨਾਲ ਬਣਾ ਕੇ ਰੱਖਣ। ਇਹ ਉਹਦੇ ਪਿੰਡ ਵਾਲਿਆਂ ਨੇ ਕੀਤਾ, ਪਿੰਡ ਵਾਲੇ ਨਾਲ ਭਾਈਚਾਰੇ ਨਾਲ ਬਣਾ ਕੇ ਰੱਖਣੀ ਸਭ ਤੋਂ ਪਹਿਲਾਂ ਜ਼ਰੂਰੀ ਹੁੰਦੀ ਹੈ, ਚਾਹੇ ਰਾਜਨੀਤੀ 'ਚ ਹੋ ਚਾਹੇ ਕਿਸੇ ਪਾਸੇ ਹੋਵੋ। ਜੇ ਤੁਹਾਨੂੰ ਤੁਹਾਡੇ ਆਪਣਾ ਪਿੰਡ ਹੀ ਨਹੀਂ ਪਸੰਦ ਕਰਦਾ, ਬਾਹਰ ਨਿਕਲੋਗੇ ਕਿਵੇਂ? ਇਹ ਉਹਨਾਂ ਦੇ ਪਿੰਡ ਦਾ ਖੇਡ ਹੈ, ਉਹਨਾਂ ਦਾ ਯੂਨਾਨੀਮਸ ਫੈਸਲਾ ਸੀ ਪਿੰਡ ਦਾ, ਸਾਡਾ ਉਹਦੇ 'ਚ ਕੋਈ ਰੋਲ ਨਹੀਂ। ਰਾਜੇਵਾਲ ਸਾਹਿਬ, ਇੱਕ ਬਿਜਲੀ ਦਾ ਬੜਾ ਵੱਡਾ ਮੁੱਦਾ ਹੈ ਜੀ, ਕੱਲ ਵੀ ਇੱਕ ਪਟਿਆਲੇ ਦੇ ਵਿੱਚ ਪ੍ਰੋਟੈਸਟ ਕਰਿਆ ਗਿਆ, ਉਸ ਨੂੰ ਲੈ ਕੇ ਕੀ ਕਹੋਗੇ? ਦੇਖੋ ਜੀ, ਬਿਜਲੀ ਦੇ ਮੁੱਦੇ ਤੇ ਸਾਡਾ ਫੈਸਲਾ ਸੀ ਅੱਜ ਸਾਰੇ ਪਟਿਆਲੇ ਜਾਣ ਦਾ, ਕਿਉਂਕਿ ਪਿਛਲੇ ਕੁਝ ਸਾਡਾ ਨੋਟਿਸ ਸੀ ਵੀ ਜੇ ਸੁਧਾਰ ਨਾ ਹੋਇਆ ਤਾਂ ਫਿਰ ਅਸੀਂ ਇਕੱਠੇ ਹੋ ਕੇ ਪਟਿਆਲੇ ਮਹਿਲਾਂ ਵੱਲ ਮਾਰਚ ਕਰਾਂਗੇ। ਪਰਸੋਂ ਦੀ ਮੀਟਿੰਗ ਵਿੱਚ ਜਦੋਂ ਸਾਰਿਆਂ ਨੇ ਜਿਹੜੀ ਪਾਵਰ ਸਪਲਾਈ ਹੋਈ ਉਹਦੇ ਤੇ ਧਿਆਨ ਦੇ ਕੇ ਫੈਸਲਾ ਕੀਤਾ ਵੀ ਫਿਲਹਾਲ ਇਹਨੂੰ ਅਸੀਂ ਪੋਸਟਪੋਨ ਕਰ ਰਹੇ ਹਾਂ। ਜੇ ਜਿੱਦਣ ਸਪਲਾਈ ਫੇਰ ਵਿਗੜੀ, ਹੁਣ ਕੋਈ 8 ਘੰਟੇ ਰੈਗੂਲਰ ਆਉਣੀ ਸ਼ੁਰੂ ਹੋਈ ਹੈ, ਜੇ ਫੇਰ ਸਪਲਾਈ ਵਿਗੜੀ ਤਾਂ ਅਸੀਂ ਕਿਸੇ ਵੇਲੇ ਵੀ ਫੇਰ ਦੁਬਾਰਾ ਉਧਰ ਮਾਰਚ ਕਰ ਸਕਦੇ ਹਾਂ। ਨਹੀਂ, ਘਰਾਂ 'ਚ ਲੱਗ ਰਹੇ ਨੇ, ਟਿਊਬਵੈੱਲਾਂ ਨੂੰ ਨਹੀਂ ਲੱਗ ਰਹੇ। ਟਿਊਬਵੈੱਲਾਂ ਨੂੰ ਆ ਰਹੀ ਹੈ ਪਾਵਰ ਸਪਲਾਈ, ਵਧੀਆ ਜੀ ਕੁਛ ਉਹਦੀ ਵੱਧ ਗਈ ਸਪਲਾਈ ਕੁਛ। ਰਾਜੇਵਾਲ ਸਾਹਿਬ, ਇੱਕ ਹੋਰ ਚਰਚਾ ਚੱਲ ਰਹੀ ਹੈ ਕਿ ਬਲਬੀਰ ਸਿੰਘ ਰਾਜੇਵਾਲ ਜਲਦੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਹੈ, ਉਹ ਮੁੱਖ ਮੰਤਰੀ ਦੇ ਚਿਹਰਾ ਹੋ ਸਕਦੇ ਨੇ। ਮੈਂ ਇੱਕੋ ਵਾਰੀ ਤੁਹਾਡੇ ਹੱਥ ਜੋੜ ਕੇ ਮਾਫੀ ਮੰਗਦਾ ਤੁਹਾਤੇ, ਜੇ ਬੀਜੇਪੀ ਵਾਲੇ ਮੇਰੇ ਖਿਲਾਫ ਕੋਈ ਇਹੋ ਜਿਹਾ ਪ੍ਰਚਾਰ ਕਰਦੇ ਨੇ, ਇਹ ਉਹਨਾਂ ਨੂੰ ਮੁਬਾਰਕ। ਮੈਨੂੰ ਮੇਰੇ ਸਾਹਮਣੇ ਮੱਛੀ ਦੀ ਅੱਖ ਵਾਂਗ ਮੇਰੇ ਮੋਰਚੇ ਦੀਆਂ ਜਿਹੜੀਆਂ ਮੰਗਾਂ ਨੇ ਉਹ ਨੇ, ਉਹ ਤੇ ਬਾਹਰ ਬਲਬੀਰ ਸਿੰਘ ਰਾਜੇਵਾਲ ਨਾ ਨਿਕਲਿਆ ਨਾ ਨਿਕਲੇਗਾ।